राग वडहंस के अंदर ਫਲਾਣੀਆਂ ਸਿਰਲੇਖ ਦੇ ਹੇਠਾਂ जो शब्द दर्ज ਹਨ ਉਹਨਾਂ ਦੀ ਅਸੀਂ ਲੜੀਵਾਰ ਵਿਚਾਰ ਆਰੰਭ ਕੀਤੀ ਸੀ। ਪਹਿਲੇ ਦੋ ਸ਼ਬਦਾਂ ਦੀ ਸੰਪੂਰਨ ਵਿਚਾਰ ਤੇ ਤੀਸਰੇ ਸ਼ਬਦ ਦੀ ਜੋ ਕਿ ਅਸ਼ਟਪਦੀ ਹੈ ਉਸ ਦੇ ਪਹਿਲੇ ਚਾਰ ਪਦਿਆਂ ਦੀ ਵਿਚਾਰ ਅਸੀਂ ਪਿਛਲੀ ਕਲਾਸ ਵਿੱਚ ਕੀਤੀ ਸੀ। ਜੋ ਅਗਲੇ ਚਾਰ ਪਦੇ ਹਨ ਉਹਨਾਂ ਦੀ ਵਿਚਾਰ ਅੱਜ ਕਰਨੀ ਹੈ, ਪਰ ਉਸ ਤੋਂ ਪਹਿਲਾਂ ਸ਼ਬਦ ਦੇ ਅਸ਼ਟਪਦੀ ਦੇ ਜਿਹੜੇ ਪਹਿਲੇ ਚਾਰ ਪਦੇ ਹਨ ਉਹਦੀ ਸੰਖੇਪ ਜਿਹੀ ਵਿਚਾਰ ਨੂੰ ਦੁਹਰਾ ਕੇ ਤਾਂ ਕਿ ਲੜੀ ਜੁੜ ਜਾਏ ਤੇ ਆਪਾਂ ਬਾਕੀ ਦੀ ਵਿਚਾਰ ਫਿਰ ਅੱਗੋਂ ਆਰੰਭ ਕਰਾਂਗੇ। ਇਸ ਅਸ਼ਟਪਦੀ ਦੇ ਅੰਦਰ ਇੱਕ ਪੰਕਤੀ ਰਾਹੋਂ ਦੀ ਵੀ ਹੈ। ਸੋ ਜਿਵੇਂ ਕਿ ਆਪ ਸਾਰੇ ਭਲੇ ਪ੍ਰਕਾਰ ਜਾਣਦੇ ਹੀ ਹੋ ਕਿ ਰਾਹੋਂ ਦੀ ਪੰਕਤੀ ਦੇ ਅੰਦਰ ਸ਼ਬਦ ਦਾ ਮੁੱਖ ਭਾਵ ਕੇਂਦਰੀ ਭਾਵ ਹੁੰਦਾ ਹੈ। तो अर्थ ਕਰਨ ਲੱਗਿਆਂ ਵੀ ਉਸੇ ਪੰਕਤੀ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। तो इस अष्टपदी की जो राहो की पंक्ति है, सचड़ा साहिब सच तू सचड़ा दे प्यारो। हे प्रभु तू आप सदा कायम रहन वाला है, तू साडा मालक है, सब दा मालक है। तू आप ही सारे जीवां नूं सदा कायम रहन वाले प्यार दी दात देंदा है। सचड़ा दे प्यारो, सचड़ा प्यार सदा कायम रहन वाला अपने नाल जोड़न वाला प्यार ये तेरी ही दात है। इस तो भाव यही है कि प्रभु के नाल प्यार का संबंध भी उसे जीव का ही जुड़ता है जिसनों प्रभु परमात्मा आप इस प्यार की दात बख्शिश करता है। वो प्रभु सदा कायम रहन वाला है, वो सब जीवों का मालक है। ਉਹਦੀ ਦਿੱਤੀ ਹੋਈ ਦਾਤ ਨਾਲ ਹੀ ਜੀਵ ਉਹਦੇ ਨਾਲ ਪਿਆਰ ਦਾ ਰਿਸ਼ਤਾ ਜੋੜਨ ਵਿੱਚ ਸਫਲ ਹੁੰਦੇ ਹਨ। तो ਹੁਣ ਆਰੰਭ ਤੋਂ ਜਿਹੜੇ ਪਹਿਲੇ ਚਾਰ ਪਦੇ ਹਨ ਉਹਨਾਂ ਦੀ ਸੰਖੇਪ ਵਿਚਾਰ ਕਰ ਲੈਂਦੇ ਹਾਂ। ਸੱਚ ਸਿਰੰਦਾ ਸੱਚਾ ਜਾਣੀਐ ਸਚੜਾ ਪਰਵਤਗਾਰੋ, ਜਿਨ ਆਪੀ ਨੇ ਆਪ ਸਾਜਿਆ ਸਚੜਾ ਅਲਖ ਅਪਾਰੋ। ਦੋਏ ਪੁੜ ਜੋੜ ਵਿਛੋੜਿਅਨ ਗੁਰਬਿਨ ਘੋਰ ਅੰਧਾਰੋ, सूरज चंद सिरजयन ऐनिस चलत विचारो। सच सिरंदा सच्चा जानिए। जानिए तो भाव है जानना चाहिए है, जानो इस गल नूं समझ लवो मन लवो। इस जगत नूं पैदा करने वाला परमात्मा सदा स्थिर रहने वाला है, सदा कायम रहने वाला है। ਅਤੇ ਉਹ ਸਦਾ ਕਾਇਮ ਰਹਿਣ ਵਾਲਾ परमात्मा ही सब जीवां की पालना भी करता है। तो गुरमत का सिद्धांत कि सब जीवां नूं पैदा करने वाला, पालना करने वाला ਅਤੇ नाश करने वाला, मारन वाला इको एक प्रभु परमात्मा आप ही है। कोई ਵੱਖੋ ਵੱਖਰੇ ਤਿੰਨ देवी देवते कोई ऐसे नहीं हैं जिन्हां दी ड्यूटियां ਵੱਖਰੀਆਂ ਵੱਖਰੀਆਂ ਲੱਗੀਆਂ ਹੋਣ। सो ये सिद्धांत गुरु साहब ने इत्थे भी दृढ़ करवाया है कि सारे जगत नूं पैदा करने वाला भी परमात्मा है, सब जीवां नूं पैदा करने वाला वो मालक है ਅਤੇ सब जीवां की प्रतिपालना करने वाला भी वो परमात्मा आप ही है। फिर उसे दी वडियाई विच अगे अगली पंक्ति फरमाते हैं कि जिस सदा कायम रहने वाले परमात्मा ने अपने आप नूं जगत विच भी प्रगट किया होया है। वो सब जीवां दे विच उसदी अपनी जोत है, सब दे अंदर वो मौजूद है। पर जीवां दे वास्ते वो बेअंत है ਅਤੇ ਅਲੱਖ ਹੈ, ਭਾਵ ਅਦ੍ਰਿਸ਼ਟ ਹੈ, ਉਹਨਾਂ ਦੀ ਸਮਝ ਵਿੱਚ ਆਉਣ ਵਾਲਾ ਨਹੀਂ ਹੈ, ਉਹਨਾਂ ਦੀ ਨਜ਼ਰ ਵਿੱਚ ਆਉਣ ਵਾਲਾ ਨਹੀਂ ਹੈ। ਹਾਲਾਂਕਿ ਉਹ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ, ਪਰ ਜੀਵਾਂ ਦੀ ਇਹ ਸਮਰੱਥਾ ਨਹੀਂ ਹੈ ਕਿ ਉਹ ਉਸਦਾ ਅੰਤ ਪਾ ਸਕਣ ਜਾਂ ਉਸਨੂੰ ਵੇਖ ਸਕਣ, ਉਹਦੇ ਗੁਨਾਹ ਦਾ ਅੰਦਾਜ਼ਾ ਲਗਾ ਸਕਣ। ਇਹ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਉਹ ਜਨਮ ਦੇਣ, ਸਾਜਨਾ ਕਰਨ, ਪਾਲਣਾ ਕਰਨ ਦੀ ਗੱਲ ਅਤੇ ਬੇਅੰਤਤਾ ਦੀ ਗੱਲ ਕਰਕੇ ਹੁਣ ਉਸ ਤੋਂ ਬਾਅਦ
ਅਗਲੀ ਗੱਲ ਕਰਦੇ ਹਨ ਕਿ ਦੋਏ ਪੁੜ ਜੋੜ ਵਿਛੋੜੇ ਹਨ ਗੁਰਬਿਨ ਘੋਰ ਅੰਧਾਰ। ਇਹ ਧਰਤੀ ਤੇ ਆਕਾਸ਼ ਦੋਏ ਪੁੜ, ਧਰਤੀ ਤੇ ਆਕਾਸ਼ ਦੋਨੋਂ ਚੀਜ਼ਾਂ ਨੂੰ, ਦੋਨੋਂ ਹਿੱਸਿਆਂ ਨੂੰ ਜੋੜ ਕੇ ਜੀਵਾਂ ਦੀ ਸਾਜਨਾ ਕਰਕੇ ਉਸ ਪ੍ਰਮਾਤਮਾ ਨੇ ਜੀਵਾਂ ਨੂੰ ਆਪਣੇ ਤੋਂ ਵਿਛੋੜ ਕੇ ਇਸ ਸ੍ਰਿਸ਼ਟੀ ਦੇ ਵਿੱਚ ਮੋਹ ਆਦਿਕ ਵਿਕਾਰ ਜਿਹੜੇ ਹਨ ਉਹ ਵੀ ਪੈਦਾ ਕੀਤੇ ਹਨ, ਜਿਨ੍ਹਾਂ ਦੇ ਵਿੱਚ ਫਸ ਕੇ ਜੀਵ ਪ੍ਰਭੂ ਤੋਂ ਵਿਛੜੇ ਹੋਏ ਮਹਿਸੂਸ ਕਰਦੇ ਹਨ। ਭਾਵੇਂ ਕਿ ਜੀਵਾਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੀ ਜੋਤ ਹੁੰਦੀ ਹੈ, ਪਰ ਉਹ ਆਪਣੇ ਆਪ ਨੂੰ ਕੋਈ ਵੱਖਰੀ ਹਸਤੀ ਮਹਿਸੂਸ ਕਰਦੇ ਹਨ, ਪ੍ਰਭੂ ਦੀ ਹੋਂਦ ਤੋਂ ਨਾਵਾਕਫ ਤੇ ਬੇਹੋਸ਼ ਰਹਿੰਦੇ ਹਨ। ਗੁਰੂ ਦੇ ਗਿਆਨ ਤੋਂ ਬਿਨਾਂ ਜਗਤ ਦੇ ਵਿੱਚ ਇਸ ਤਰ੍ਹਾਂ ਦਾ ਇਹ ਮਾਇਆ ਦਾ ਹੋਰ ਅੰਧਕਾਰ ਹੈ, ਅਗਿਆਨਤਾ ਹੈ, ਜਿਸ ਕਰਕੇ ਆਪਣੇ ਅੰਦਰ ਹੀ ਪ੍ਰਭੂ ਦੀ ਜੋਤ ਹੁੰਦੇ ਹੋਇਆਂ ਵੀ ਜੀਵ ਉਸ ਤੋਂ ਅਣਜਾਣ ਰਹਿੰਦੇ ਹਨ। ਇਹ ਪਰਮਾਤਮਾ ਦਾ ਐਸਾ ਅਜਬ ਕੌਤਕ ਹੈ ਕਿ ਉਸਨੇ ਹੀ ਸੂਰਜ ਤੇ ਚੰਦਰਮਾ, ਸ੍ਰਿਸ਼ਟੀ ਦੇ ਹੋਰ ਸਾਰੇ ਅੰਗ ਬਣਾ ਕੇ ਦਿਨ ਰਾਤ ਦਾ ਚੱਕਰ ਵੀ ਚਲਾਇਆ ਹੈ ਅਤੇ ਜੀਵਾਂ ਦੇ ਵਾਸਤੇ ਇਹ ਜਗਤ ਦਾ ਬੜਾ ਹੀ ਅਚਰਜ ਕੌਤਕ ਤਮਾਸ਼ਾ ਰਚ ਦਿੱਤਾ ਹੈ। ਸੂਰਜ ਚੰਦ ਸਿਰਜਿਅਨ ਐਨਿਸ ਚਲਤ ਵਿਚਾਰੋ। ਚਲਤ ਤੋਂ ਭਾਵ ਹੈ ਕੌਤਕ ਤਮਾਸ਼ਾ। ਇਹ ਜਗਤ ਰੂਪੀ ਤਮਾਸ਼ਾ ਉਸ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ। ਦੂਸਰੇ ਬੰਦ ਵਿੱਚ ਹੁਣ ਕਹਿੰਦੇ ਹਨ, ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ। ਇਹ ਪ੍ਰਮਾਤਮਾ ਤੂੰ ਹੀ ਇਹ ਮੇਦਨੀ ਧਰਤੀ ਪੈਦਾ ਕੀਤੀ ਹੈ, ਬਣਾਈ ਹੈ, ਅਤੇ ਜੀਵਾਂ ਨੂੰ ਦੁੱਖ ਅਤੇ ਸੁੱਖ ਦੇ ਅਹਿਸਾਸ ਦੇਣ ਵਾਲਾ ਵੀ ਤੂੰ ਆਪ ਹੀ ਹੈ। ਜਗਤ ਵਿੱਚ ਐਸੇ ਵਰਤਾਰੇ ਵਰਤਦੇ ਹਨ ਜਿਨ੍ਹਾਂ ਦੇ ਕਰਕੇ ਜੀਵ ਦੁਖੀ ਵੀ ਹੁੰਦੇ ਹਨ ਤੇ ਸੁਖੀ ਵੀ ਹੁੰਦੇ ਹਨ, ਪਰ ਇਹ ਸਭ ਕੁਝ ਹੁੰਦਾ ਤੇਰੇ ਹੀ ਹੁਕਮ ਦੇ ਅੰਦਰ ਹੈ। ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ। ਨਾਰੀਆਂ ਅਤੇ ਪੁਰਸ਼ਾਂ ਨੂੰ ਪੈਦਾ ਕਰਕੇ, ਜੀਵਾਂ ਨੂੰ, ਇਸਤਰੀਆਂ ਤੇ ਪੁਰਸ਼ਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਇਸ ਮਾਇਆ ਰੂਪੀ ਜ਼ਹਿਰ ਦੇ ਮੋਹ ਵਿੱਚ ਪਾਉਣ ਵਾਲਾ ਵੀ ਤੂੰ ਆਪ ਹੀ ਹੈ। ਇਹ ਜਿਹੜੇ ਜੀਵ ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਜਾਂਦੇ ਹਨ, ਇਹ ਵੀ ਤੇਰੀ ਹੀ ਖੇਡ ਦਾ ਹੀ ਇੱਕ ਹਿੱਸਾ ਹੈ, ਤੇਰੇ ਹੀ ਕੌਤਕ ਦਾ ਇੱਕ ਹਿੱਸਾ ਹੈ ਕਿ ਬਿਖ ਮਾਇਆ ਮੋਹ ਪਿਆਰੋ। ਬਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ। ਜਗਤ ਦੇ ਵਿੱਚ ਜਿਹੜੇ ਵੀ ਉਤਪਤੀ ਦੇ ਸਾਧਨ ਹਨ, ਜੋ ਜੀਵਾਂ ਦੀਆਂ ਬੋਲੀਆਂ ਹਨ, ਜੋ ਕੁਝ ਉਹ ਵੱਖੋ ਵੱਖ ਤਰ੍ਹਾਂ ਦੇ ਉਹਨਾਂ ਦੇ ਰੂਪ ਰੰਗ ਹਨ, ਅਤੇ ਉਹਨਾਂ ਦਾ ਜੋ ਜੀਵਨ ਦਾ ਆਧਾਰ ਹੈ, ਇਹ ਸਭ ਕੁਝ ਵੀ ਤੇਰਾ ਹੀ ਪੈਦਾ ਕੀਤਾ ਹੋਇਆ ਹੈ। ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੂ। ਇਸ ਰਚਨਾ ਦੇ ਵਿੱਚ ਤੂੰ ਆਪਣੇ ਆਸਨ ਰੂਪੀ ਤਖਤ ਵੀ ਆਪ ਹੀ ਬਣਾ ਦਿੱਤਾ ਹੈ ਤੇ ਇਸ ਤੋਂ ਆਪ ਜੋ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ। ਉਹ ਕੁਦਰਤ ਰਚ ਕੇ ਇਹ ਨਹੀਂ ਕਿ ਤੂੰ ਕਿਧਰੇ ਪਾਸੇ ਹੋ ਕੇ ਬੈਠ ਗਿਆ ਹੈ, ਤੂੰ ਆਪਣੇ ਆਪ ਨੂੰ ਇਸ ਕੁਦਰਤ ਦੇ ਅੰਦਰ ਹੀ ਮੌਜੂਦ ਰੱਖਿਆ ਹੋਇਆ ਹੈ। ਮਾਨੋ ਤੇਰਾ ਤਖਤ, ਇਹ ਸਾਰੀ ਕੁਦਰਤ ਹੀ ਤੇਰਾ ਇੱਕ ਤਖਤ ਹੈ ਜਿਹਦੇ ਉੱਤੇ ਤੂੰ ਆਪਣਾ ਆਸਨ ਲਗਾਇਆ ਹੋਇਆ ਹੈ, ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਹੈ। ਜੀਵ ਜਿਹੜੇ ਹਨ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਹਨ, ਪਰ ਤੂੰ ਆਪ ਇਹਨਾਂ ਸਾਰੇ ਚੱਕਰਾਂ ਤੋਂ ਉੱਚਾ ਹੈ। ਤੂੰ ਇਹਨਾਂ ਚੱਕਰਾਂ ਦੇ ਵਿੱਚ ਆਪ ਨਹੀਂ ਹੈ, ਪਰ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਨਿਬੇੜਾ ਕਰਨ ਵਾਲਾ, ਉਹਨਾਂ ਦਾ ਫੈਸਲਾ ਕਰਨ ਵਾਲਾ ਵੀ ਤੂੰ ਆਪ ਹੀ ਹੈ। ਜੰਮਨ ਮਰਨਾ ਆਏ ਗਿਆ ਬਦਿਕ ਜਿਉ ਵਿਕਾਰੋ। ਮਾਇਆ ਦੇ ਮੋਹ ਦੇ ਕਾਰਨ ਵਿਕਾਰਾਂ ਵਿੱਚ ਬੱਝਾ ਹੋਇਆ ਜੀਵ ਨਿਤ ਜੰਮਦਾ ਤੇ ਮਰਦਾ ਹੈ। ਉਹਦੀ ਆਤਮਕ ਮੌਤ ਹੁੰਦੀ ਹੈ, ਕਦੀ ਜਨਮ ਹੁੰਦਾ ਹੈ, ਜੇ ਉਹ ਵਿਕਾਰਾਂ ਦੇ ਵਿੱਚ ਖਚਤ ਹੋ ਜਾਂਦਾ ਹੈ, ਮਾਨਵ ਆਤਮਕ ਤੌਰ ਦੇ ਉੱਤੇ ਮਰ ਜਾਂਦਾ ਹੈ। ਜੇ ਉਹਨਾਂ ਦੇ ਵਿਕਾਰਾਂ ਤੋਂ ਉੱਚਾ ਉੱਠ ਜਾਂਦਾ ਹੈ ਤੇ ਮਾਨਵ ਨਵਾਂ ਜੀਵਨ ਮਿਲ ਜਾਂਦਾ ਹੈ। ਇਹ ਨਿਤਾ ਪ੍ਰਤੀ ਹੀ ਉਸਦੇ ਜੀਵਨ ਦੇ ਵਿੱਚ ਇਹ ਕੁਝ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ। ਆਏ ਗਿਆ, ਆਉਣਾ ਤੇ ਜਾਣਾ ਵੀ।
ਤੋ ਇਹ ਸਾਰਾ ਜੋ ਜੀਵ ਦਾ ਜਨਮ ਮਰਨ ਜਿਹੜਾ ਹੈ, ਆਉਣਾ ਜਾਣਾ, ਇਹ ਸਭ ਵਿਕਾਰਾਂ ਦੇ ਅਧੀਨ ਬੱਝਾ ਹੋਇਆ। ਇਹ ਕਰਮ ਉਹਦੇ ਨਿਤਾ ਪ੍ਰਤੀ ਚੱਲਦੇ ਹੀ ਰਹਿੰਦੇ ਹਨ। ਪਰ ਸਧਾਰਨ ਹਾਲਾਤਾਂ ਦੇ ਵਿੱਚ, ਮੈਜੋਰਟੀ ਦੇ ਕੇਸ ਵਿੱਚ, ਜੀਵ ਦਾ ਹੱਲ ਇਹ ਹੈ ਕਿ ਉਸਨੇ ਨਾਮ ਨੂੰ ਵਿਸਾਰਿਆ ਹੁੰਦਾ ਹੈ, ਪ੍ਰਭੂ ਦੇ ਨਾਮ ਨੂੰ ਭੁਲਾਇਆ ਹੁੰਦਾ ਹੈ। ਜਿਸ ਕੰਮ ਵਾਸਤੇ ਉਸਨੂੰ ਜਗਤ ਦੇ ਵਿੱਚ ਮਨੁੱਖਾ ਜੀਵਨ ਦੀ ਦਾਤ ਮਿਲੀ ਹੁੰਦੀ ਹੈ, ਉਸ ਜੀਵਨ ਦੇ ਮਕਸਦ ਨੂੰ ਉਹ ਭੁੱਲ ਜਾਂਦਾ ਹੈ। ਤਾਂ ਗੁਰੂ ਸਾਹਿਬ ਅਗਲੀ ਪੰਕਤੀ ਫਰਮਾਉਂਦੇ ਹਨ ਕਿ ਭੂਡੜਾ ਨਾਮ ਵਿਸਾਰਿਆ, ਬੁੱਢੜਾ ਕਿਆ ਤਿਸ ਚਾਰੋ। ਭੂਡੜੇ ਤੋਂ ਭਾਵ ਹੈ ਇਸ ਭੈੜੇ ਮਨੁੱਖ ਨੇ, ਵਿਕਾਰਾਂ ਵਿੱਚ ਫਸੇ ਹੋਏ ਨੇ, ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੁੰਦਾ ਹੈ ਅਤੇ ਮਾਇਆ ਦੇ ਮੋਹ ਦੇ ਡੁੱਬੇ ਹੋਏ ਜੀਵ ਦੇ ਕੋਲ ਫਿਰ ਹੁਣ ਕੋਈ ਉਹਦੀ ਪੇਸ਼ ਨਹੀਂ ਜਾਂਦੀ। ਉਹ ਮਾਇਆ ਦੇ ਵਿੱਚ ਹੀ ਖਚਤ ਰਹਿੰਦਾ ਹੈ, ਵਿਕਾਰ ਉਹਦੇ ਉੱਤੇ ਹਾਵੀ ਹੋ ਜਾਂਦੇ ਹਨ। ਜੀਵਨ ਭਰ ਗੁਣ ਛੋੜ ਬਿਖ ਲੱਦਿਆ, ਅਵਗੁਣ ਕਾ ਵੰਜਾਰੋ। ਗੁਨਾਹ ਨੂੰ ਛੱਡ ਕੇ, ਪ੍ਰਭੂ ਦੀ ਸਿਫਤ ਸਲਾਹ ਨੂੰ ਛੱਡ ਕੇ, ਉਹ ਵਿਕਾਰਾਂ ਦਾ ਜ਼ਹਿਰ ਇਕੱਠਾ ਕਰਦਾ ਰਹਿੰਦਾ ਹੈ ਤੇ ਔਗਣਾ ਦਾ ਹੀ ਵਪਾਰ ਕਰਦਾ ਹੈ। ਭਾਵ ਔਗਣਾ ਦੇ ਨਾਲ ਹੀ ਜਿਸ ਬਾਕੀ ਜੀਵਾਂ ਦੇ ਨਾਲ ਵੀ ਉਸਦਾ ਜੋ ਵਰਤੋਂ ਵਿਹਾਰ ਹੈ, ਉਹ ਵੀ ਔਗਣਾ ਦਾ ਭਰਪੂਰ ਹੀ ਹੁੰਦਾ ਹੈ। ਤਾਂ ਗੁਨਾਹ ਨੂੰ ਜੀਵਨ ਦੇ ਵਿੱਚੋਂ ਗੁਣ ਧਾਰਨ ਉਹ ਨਹੀਂ ਕਰਦਾ, ਗੁਨਾਹ ਦੇ ਮਾਲਕ ਪ੍ਰਭੂ ਨਾਲ ਸਾਂਝ ਨਹੀਂ ਪਾਉਂਦਾ, ਮਾਇਆ ਦੇ ਮੋਹ ਦੇ ਨੂੰ ਵਿੱਚ ਵਿਕਾਰਾਂ ਦਾ ਹੀ ਭਾਰ ਲੱਦਾ ਰਹਿੰਦਾ ਹੈ ਤੇ ਔਗਣਾ ਦਾ ਹੀ ਵਣਜ ਕਰਦਾ ਹੈ। ਭਾਵ ਦੂਜਿਆਂ ਦੇ ਨਾਲ ਵੀ ਜੋ ਉਹਦਾ ਵਰਤਾਰਾ ਹੁੰਦਾ ਹੈ, ਉਹ ਵੀ ਔਗਣਾ ਦੇ ਨਾਲ ਭਰਪੂਰ ਹੁੰਦਾ ਹੈ। ਸੱਜੜੇ ਆਏ ਤਿਨਾ ਜਾਨੀਆਂ। ਹੁਣ ਇਹ ਚੌਥੇ ਬੰਦ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੱਜੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। तो पहले तीन बंदा ਦੇ ਵਿੱਚ ਗੁਰੂ ਸਾਹਿਬ ਨੇ ਜੋ ਬੈਕਗ੍ਰਾਉਂਡ ਹੈ ਉਹ ਡਿਸਕ੍ਰਾਈਬ ਕਰ ਦਿੱਤੀ ਹੈ। ਪ੍ਰਭੂ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਰਚਨਹਾਰ, ਸਾਰੇ ਜੀਵਾਂ ਦਾ ਰਚਨਹਾਰ ਪ੍ਰਭੂ ਪਰਮਾਤਮਾ ਹੈ। ਇਹ ਜਨਮ ਮਰਨ ਦਾ ਗੇੜ ਵੀ ਉਸਦਾ ਹੀ ਬਣਾਇਆ ਹੋਇਆ ਹੈ, ਸਾਰੇ ਜੀਵਾਂ ਨੂੰ ਆਧਾਰ ਦੇਣ ਵਾਲਾ ਵੀ ਉਹ ਆਪ ਹੈ। ਤੇ ਜਗਤ ਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਰਚਨਾ, ਦਿਨ ਰਾਤ ਦਾ ਚੱਕਰ ਬਣਾ ਕੇ, ਕੌਤਕ ਰਚ ਕੇ, ਮਾਇਆ ਦੇ ਮੋਹ ਦਾ ਪਸਾਰਾ ਪਾਉਣ ਵਾਲਾ ਵੀ ਉਹ ਪ੍ਰਭੂ ਪਰਮਾਤਮਾ ਆਪ ਹੀ ਹੈ। ਤੇ ਇਸ ਮਾਇਆ ਦੇ ਮੋਹ 'ਚ ਫਸ ਕੇ ਜੀਵ ਉਸ ਪਰਮਾਤਮਾ ਦੀ ਹੋਂਦ ਤੋਂ ਅਣਜਾਣ ਹੋ ਜਾਂਦੇ ਹਨ। ਭਾਵੇਂ ਕਿ ਪਰਮਾਤਮਾ ਨੇ ਇਸ ਕੁਦਰਤ ਦੇ ਅੰਦਰ ਆਪਣਾ ਤਖਤ ਵੀ ਟਿਕਾਇਆ ਹੋਇਆ ਹੈ, ਉਹ ਸਾਰੀ ਕੁਦਰਤ ਵਿੱਚ ਆਪ ਮੌਜੂਦ ਹੈ, ਹਰ ਜੀਵ ਦੇ ਹਿਰਦੇ 'ਚ ਵੀ ਉਸਦੀ ਜੋਤ ਮੌਜੂਦ ਹੈ। ਪਰ ਇਹ ਸਭ ਕੁਝ ਹੁੰਦਿਆਂ ਹੋਇਆਂ ਹੀ ਜਿਹੜੇ ਮਾਇਆ ਦਾ ਪਸਾਰਾ ਹੈ, ਉਸਦੇ ਮੋਹ 'ਚ ਫਸ ਕੇ ਜੀਵ ਪ੍ਰਭੂ ਦੀ ਹੋਂਦ ਤੋਂ ਅਣਜਾਣ ਹੋ ਜਾਂਦੇ ਹਨ ਤੇ ਉਹਦੇ ਨਾਮ ਨੂੰ ਭੁਲਾ ਕੇ ਮਾਇਆ ਦੇ ਰਸਾਂ ਦੇ ਵਿੱਚ ਹੀ ਖਚਤ ਰਹਿੰਦੇ ਹਨ। ਇਸ ਤਰੀਕੇ ਦੇ ਨਾਲ ਸਾਰਾ ਜੀਵਨ ਉਹਨਾਂ ਦਾ ਔਗਣਾ ਦਾ ਵਪਾਰ ਕਰਦਿਆਂ ਹੀ ਨਿਕਲ ਜਾਂਦਾ ਹੈ। ਹੁਣ ਇਸ ਤਰ੍ਹਾਂ ਸਾਰਾ ਜੀਵਨ ਜਦੋਂ ਬਤੀਤ ਹੋ ਜਾਂਦਾ ਹੈ, ਤਾਂ ਸਮਾਂ ਜਦੋਂ ਬਤੀਤ ਹੁੰਦਾ ਹੈ, ਉਹਦੇ ਮਰਨ ਦਾ, ਜਾਣ ਦਾ ਵੇਲਾ ਆ ਜਾਂਦਾ ਹੈ, ਤਾਂ ਪ੍ਰਭੂ ਦੇ ਅਟਲ ਹੁਕਮ ਦੇ ਅਨੁਸਾਰ, ਕਿਉਂਕਿ ਸਭ ਜੀਵਾਂ ਨੂੰ ਗਿਣੇ ਮਿੱਥੇ ਸਵਾਸ ਹੀ ਦੇ ਕੇ ਇਸ ਜਗਤ ਵਿੱਚ ਭੇਜਿਆ ਜਾਂਦਾ ਹੈ, ਜਦੋਂ ਉਹ ਸਵਾਸ ਪੂਰੇ ਹੋ ਜਾਂਦੇ ਹਨ ਤਾਂ ਮੌਤ ਦਾ ਸੱਦਾ ਆ ਜਾਂਦਾ ਹੈ। ਤਾਂ ਉਸ ਪਰਮਾਤਮਾ ਦੇ ਸੱਚੇ ਪ੍ਰਭੂ ਦੇ, ਸਿਰਜਣਹਾਰ ਪ੍ਰਭੂ ਦੇ ਹੁਕਮ ਦੇ ਅਧੀਨ ਹੀ ਜੀਵ ਨੂੰ ਇੱਥੋਂ ਜਾਣ ਦਾ ਸੱਦਾ ਆ ਜਾਂਦਾ ਹੈ। ਭਾਵ ਜੀਵ ਨੂੰ ਇੱਥੋਂ ਸਰੀਰ ਛੱਡ ਕੇ ਤੇ ਇੱਥੋਂ ਨਿਕਲਣਾ ਪੈਂਦਾ ਹੈ। ਸੱਜੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਉਸ ਪਰਮਾਤਮਾ ਦੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਹੁਕਮ ਦੇ ਵਿੱਚ ਜੀਵ ਨੂੰ ਇੱਥੋਂ ਜਾਣ ਦਾ ਸੱਦਾ ਆਉਂਦਾ ਹੈ। ਤਾਂ ਨਾਰੀ ਪੁਰਖ ਵਿਛੁੰਨਿਆ, ਵਿਛੜਿਆ ਮੇਲਨ ਹਾਰੋ। ਫਿਰ ਜਦੋਂ ਹੁਕਮ ਆ ਜਾਂਦਾ ਹੈ ਜੀਵ ਨੂੰ ਇੱਥੋਂ ਜਾਣ ਦਾ, ਤਾਂ ਇਸਤਰੀ ਪੁਰਖਾਂ ਦੇ ਵਿਛੋੜੇ ਹੋ ਜਾਂਦੇ ਹਨ, ਭਾਵੇਂ ਕੋਈ ਇਸਤਰੀ ਹੈ, ਭਾਵੇਂ ਕੋਈ ਪੁਰਖ ਹੈ। ਜਦੋਂ ਉਹਦੇ ਸਵਾਸ ਖਤਮ ਹੋ ਜਾਂਦੇ ਹਨ, ਉਹਦੀ ਰੂਹ ਸਰੀਰ ਨੂੰ ਛੱਡ ਦਿੰਦੀ ਹੈ, ਤਾਂ ਬਾਕੀ ਸਾਰੇ ਜੀਵਾਂ ਪਾਸੋਂ ਜਿਨ੍ਹਾਂ ਦੇ ਨਾਲ ਵੀ ਉਹਦੇ ਸੰਬੰਧ ਹੁੰਦੇ ਹਨ, ਉਹਨਾਂ ਤੋਂ ਉਸਦਾ ਵਿਛੋੜਾ ਹੋ ਜਾਂਦਾ ਹੈ। ਇਹ ਵਿਛੜੇ ਹੋਇਆਂ ਨੂੰ ਮਿਲਾਉਣ ਦੀ ਸਮਰੱਥਾ ਹੋਰ ਕਿਸੇ ਵਿੱਚ ਨਹੀਂ ਹੈ। ਕੇਵਲ ਤੇ ਕੇਵਲ ਉਹ ਪ੍ਰਭੂ ਪਰਮਾਤਮਾ ਹੀ ਹੈ ਜੋ ਵਿਛੜਿਆਂ ਨੂੰ ਮਿਲਣ ਦੇ ਸਮਰੱਥ ਹੈ। ਹੋਰ ਕਿਸੇ ਜੀਵ ਦੀ ਇਹ ਆਇਆ ਨਹੀਂ ਹੈ, ਸਮਰੱਥਾ ਨਹੀਂ ਹੈ ਕਿ ਉਹ ਵਿਛੜਨ ਵਾਲੇ ਨੂੰ ਮਿਲਾ ਸਕੇ ਜਾਂ ਉਹਨੂੰ ਰੋਕ ਸਕੇ। ਔਰ ਇਸ ਹੁਕਮ ਦੇ ਜੋ ਵਰਤਾਰਾ ਹੈ, ਉਹਦੇ ਵਿੱਚ ਕਿਸੇ ਦਾ ਕੋਈ ਲਿਹਾਜ਼ ਨਹੀਂ ਹੈ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਹੈ। ਇਹ ਅਟਲ ਨਿਯਮ ਬਿਨਾਂ ਕਿਸੇ ਵਿਤਕਰੇ ਦੇ ਸਭ ਜੀਵਾਂ ਦੇ ਉੱਤੇ ਲਾਗੂ ਹੁੰਦਾ ਹੈ।
ਕੋਈ ਇਹ ਨਹੀਂ ਕਲੇਮ ਕਰ ਸਕਦਾ ਕਿ ਮੈਂ ਦੂਜਿਆਂ ਨਾਲੋਂ ਸਰੀਰਕ ਰੂਪ ਦੇ ਵਿੱਚ ਜ਼ਿਆਦਾ ਸੋਹਣਾ ਵਾਂ, ਮੇਰੀ ਉਮਰ ਛੋਟੀ ਹੈ ਜਾਂ ਮੇਰੀ ਉਮਰ ਜ਼ਿਆਦਾ ਵੱਡੀ ਹੈ ਤੇ ਮੇਰਾ ਲਿਹਾਜ਼ ਹੋਣਾ ਚਾਹੀਦਾ ਹੈ। ਐਸਾ ਕੋਈ ਕਿਸੇ ਕਿਸਮ ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ। तो गुरु साहब फरमाते हैं रूप ना जाने सोहनी है हुक्म बद्दी सिरकारो। ये मौत सोहने रूप का भी कोई लिहाज नहीं करती, किसी के सुंदर रूप का किसी सुंदरी का कोई लिहाज नहीं, कोई वितकरा नहीं है, क्योंकि वो तो परमात्मा के हुक्म च बद्धी हुई अपना काम कर रही है। ते ना ही वो बच्चे और बुढ़े का कोई भेद करती है। बालक बिरद ना जाननी तोड़न हेत प्यारो। उस मौत का काम तो यही है कि उसने हुक्म दे ਵੱਜੀ ਹੋਈ ਨੇ ਜਦੋਂ ਜਦੋਂ ਜਿਹਦਾ ਸਮਾਂ ਆਣਾ ਹੈ ਉਹਦੀ ਰੂਹ ਨੂੰ ਇਸ ਸਰੀਰ ਤੋਂ ਵੱਖ ਕਰ ਦੇਣਾ ਹੈ। ਚਾਹੇ ਕੋਈ ਸੋਹਣੀ ਹੈ, ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਬਿਰਧ ਹੈ, ਕਿਸੇ ਦਾ ਕੋਈ ਲਿਹਾਜ਼ ਨਹੀਂ, ਕੋਈ ਵਿਤਕਰਾ ਨਹੀਂ ਤੇ ਸਭ ਦਾ ਤੇਰੇ ਪਿਆਰ ਦਾ ਜਿਹੜਾ ਸੰਬੰਧ ਹੈ ਬਾਕੀ ਜੀਵਾਂ ਦੇ ਨਾਲ ਉਹ ਹੇਤ ਜਿਹੜਾ ਹੈ ਉਹ ਟੁੱਟ ਜਾਂਦਾ ਹੈ। तो सब ਦਾ ਇਸ ਤਰੀਕੇ ਦੇ ਨਾਲ ਸਮਾਂ ਆਉਣ ਦੇ ਉੱਤੇ ਜੀਵਾਂ ਦੇ ਸੰਬੰਧ ਜਿਹੜੇ ਹਨ ਔਰ ਪਿਆਰ ਦੇ ਰਿਸ਼ਤੇ ਟੁੱਟ ਜਾਂਦੇ ਹਨ। ਹੁਣ ਇਸੇ ਹੀ ਪ੍ਰਸੰਗ ਨੂੰ ਅਗਲੇ ਜੋ ਪੰਜਵੇਂ ਪਦੇ ਵਿੱਚ ਗੁਰੂ ਸਾਹਿਬ ਇਉਂ ਅੱਗੇ ਵਧਾਉਂਦੇ ਹਨ। ਨੌ ਦਰ ਠਾਕੇ ਹੁਕਮ ਸੱਚਾ ਹੰਸ ਗਿਆ ਗੈਨਾਰੇ सा तन छुट्टी मुट्ठी झूठ विधनिया मृतकड़ा अंगनड़े बारे सुरत मुई मर माईए महल रुन्नी दरबारे रोवो कंत महेलियो सच्चे के गुण सारे। ये हुण अगले जिहड़े पदे हन ये बड़े कॉम्पलैक्स हन। इन्हां दे अर्थ जिहड़े हन ਸਰੀਰਕ ਮੌਤ ਦੇ ਨਾਲ ਤਾਂ ਜੁੜਦੇ ਹੀ ਹਨ, ਨਾਲ ਦੇ ਨਾਲ ਇਹਨਾਂ ਦੇ ਅੰਦਰ ਆਤਮਕ ਮੌਤ ਦਾ ਵੀ ਜੋ ਸੁਨੇਹਾ ਜਿਹੜਾ ਹੈ ਉਹ ਵੀ ਵਿੱਚ ਪ੍ਰਗਟ ਹੁੰਦਾ ਹੈ। ਸੋ ਇਹ ਜਿਹੜਾ ਅਲਾਨੀਆ ਦਾ ਜੋ ਸ਼ਬਦ ਦਾ ਕੰਟੈਕਸਟ ਹੈ ਉਹ ਹੈ ਤਾਂ ਸਰੀਰਕ ਮੌਤ ਦੇ ਨਾਲ ਜੁੜਿਆ ਹੋਇਆ, ਪਰ ਇਹਦੇ ਅੰਦਰ ਵਿਕਾਰਾਂ ਦੇ ਅਧੀਨ ਜੋ ਇਨਸਾਨ ਦੀ ਆਤਮਕ ਮੌਤ ਹੋ ਜਾਂਦੀ ਹੈ ਉਹਨਾਂ ਦਾ ਵੀ ਵਿੱਚ ਵਰਣਨ ਆਉਂਦਾ ਹੀ ਰਹਿੰਦਾ ਹੈ। ਇਸ ਤਰ੍ਹਾਂ ਪਹਿਲੇ ਪੰਕਤੀ ਇਕਾਈ ਸੀ ਤੇ जम्मन मरना आए गया बदिक जियो विकारो कि भाई ये जम्मन मरना आन जाना जड़ा है ये विकारां च बज्झा होया जीव नित जमदा ते मरदा है। तो ਇਹਦਾ ਸੰਬੰਧ ਸਰੀਰਕ ਮੌਤ ਨਾਲ ਇਸ ਕਰਕੇ ਨਹੀਂ ਹੈ ਕਿਉਂਕਿ ਜੀਵ ਨਿਤ ਮਰਦੇ ਤਾਂ ਹਨ, ਪਰ ਇੱਥੇ ਇੱਕ ਜੀਵ ਦੀ ਗੱਲ ਹੋਈ ਹੈ, ਇੱਕ ਵਚਨ ਦੇ ਵਿੱਚ ਗੱਲ ਹੋ ਗਈ ਹੈ। ਜੀਓ ਲਫ਼ਜ਼ ਵੀ ਜਿਹੜਾ ਹੈ ਉਹ ਇੱਕ ਵਚਨ ਹੈ। ਜੇ ਬਹੁਤੇ ਹੁੰਦੇ ਆ ਬਹੁਤਿਆਂ ਦੀ ਗੱਲ ਹੁੰਦੀ ਤਾਂ ਜੀਵ ਹੋਵੇ ਦੇ ਨਾਲ ਆਉਣਾ ਸੀਗਾ। ਜੀਓ ਊੜੇ ਦੇ ਔਂਕੜ ਨਾਲ ਆਇਆ ਤਾਂ ਇੱਕ ਵਚਨ ਹੈ ਉਸਦਾ। तो जम्मन मरना आए गया बदिक जियो विकारो, एक जीव आत्मा की गल हो रही है। तो इत्थे विकारां दे अधीन जो आत्मक मौत है निता प्रति जो जीव जमदा मरदा आउंदा जांदा रहिंदा है उस कंटैक्स विच इत्थे गल हो गई है। तो आवागमन का जो चक्कर बनाया है वो गल उस तो पहली पंक्ति गुरु साहब ने कर दी है कि आवागमन सिरजिया तू थिर करना है हारो, कि तू ये जन्म का मरण का गेड़ तू पैदा किया बनाया है पर तू आप इस गेड़ तो इस चक्कर तो ऊपर है, तू सदा कायम रहने वाला है। पर जीव जन्म के दौरान भी नित जमदा मरदा रहता है विकारां के अधीन, वो भी गल इस कंटैक्स के अंदर गुरु साहब ने नाल वो भी समझा दी है। तो विच जिहड़ा है एक दी पंक्ति कोई ना कोई ऐसी आ जाती है जिहदे विच आत्मक लैवल के उत्ते भी गल विकारां दी मौत की गल जिहड़ी विकारां के अधीन जो जीव की मौत होंदी है ਉਹਦਾ भी जिक्र ਵਿੱਚ आ जाता है। ਇੱਥੇ ਹੁਣ फिर ਸਰੀਰਕ मौत का ही प्रसंग है। नौ दर ठाके हुक्म सच्चा हंस गया गहनारे। नौ दर ये नौ गोलका नौ दरवाजे जो साडे शरीर ਦੇ ਜਿਹੜੇ नौ द्वारे ਹਨ ਉਹ ਬੰਦ ਹੋ ਜਾਂਦੇ ਹਨ ਜਦੋਂ ਹੁਕਮ ਆਉਂਦਾ ਹੈ ਪਰਮਾਤਮਾ ਦਾ ਸੱਚੇ ਦਾ ਹੁਕਮ ਆਉਂਦਾ ਹੈ। ਆਪ ਜਾਣ ਦਾ ਸਮਾਂ ਹੋ ਜਾਂਦਾ ਹੈ, ਮੌਤ ਦਾ ਵੇਲਾ ਆ ਜਾਂਦਾ ਹੈ
ਤਾਂ ਇਹ ਸਾਰੇ ਦੁਆਰ ਜਿਹੜੇ ਹਨ ਕੰਮ ਕਰਨਾ ਬੰਦ ਕਰ ਦਿੰਦੇ ਹਨ, ਮਾਨੋ ਇਹ ਦਰਵਾਜ਼ੇ ਬੰਦ ਹੋ ਜਾਂਦੇ ਹਨ। ਤੋ ਸੱਚੇ ਦੇ ਹੁਕਮ ਜਦੋਂ ਆਉਂਦਾ ਹੈ, ਉਹਦੇ ਹੁਕਮ ਦੇ ਅਧੀਨ ਹੀ ਇਹ 9 ਦਰਵਾਜ਼ੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਹੰਸ ਗਿਆ ਗਹਿਨਾਰੇ, ਗਹਿਨਾਰੇ ਤੋਂ ਭਾਵ ਹੁੰਦਾ ਹੈ ਆਕਾਸ਼ ਵਿੱਚ। ਤੋ ਇਹ ਸਰੀਰ ਨੂੰ ਤਿਆਗ ਕੇ ਰੂਹ ਜਿਹੜੀ ਹੈ ਉਹ ਮਾਨੋ ਆਕਾਸ਼ ਵਿੱਚ ਚਲੀ ਜਾਂਦੀ ਹੈ, ਸਰੀਰ ਤੋਂ ਪਰੇ ਹੋ ਜਾਂਦੀ ਹੈ, ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ। ਤੋ ਇਹ ਜੋ ਕਾਇਆ ਹੈ, ਜੀਵ ਦੀ ਕਾਇਆ, ਜੋ ਸਰੀਰ ਰੂਪੀ ਕਾਇਆ ਹੈ, ਸਾ ਤਨ ਛੁੱਟੀ ਮੁੱਠੀ ਝੂਠ ਵਿਧਨੀਆਂ ਮਿਰਤਕੜਾ ਅੰਗਨੜੇ ਬਾਰੇ। ਧਨ ਦਾ ਜੋ ਅਖਰੀ ਅਰਥ ਹੁੰਦਾ ਹੈ ਉਹ ਤਾਂ ਇਸਤਰੀ ਹੁੰਦਾ ਹੈ, ਪਰ ਜੀਵ ਨੂੰ ਵੀ ਜੀਵ ਇਸਤਰੀ ਰੂਪ ਵਿੱਚ ਵੀ ਗੱਲ ਕੀਤੀ ਗਈ ਹੈ, ਕਾਇਆ ਸਰੀਰ ਨੂੰ ਵੀ ਇਸਤਰੀ ਰੂਪ ਦੇ ਵਿੱਚ ਬਿਆਨ ਕੀਤਾ ਗਿਆ ਹੈ। ਤਾਂ ਇੱਥੇ ਹੁਣ ਇਹ ਸਰੀਰ ਦੀ ਗੱਲ ਹੋ ਰਹੀ ਹੈ ਕਿ ਉਸ ਦੀ ਜਿਹੜੀ ਸਾਹ ਤਨ, ਜਿਹੜੀ ਉਸ ਦੀ ਜਿਹੜੀ ਸਰੀਰ ਰੂਪੀ ਕਾਇਆ ਹੈ, ਹੁਣ ਉਹਦੇ ਤੋਂ ਕਿਉਂਕਿ ਜੋਤ ਨਿਕਲ ਕੇ ਆਕਾਸ਼ ਵਿੱਚ ਅਲੱਗ ਉਸ ਤੋਂ ਦੂਰ ਹੋ ਗਈ ਹੈ, ਸਰੀਰ ਤੋਂ ਵੱਖਰੀ ਹੋ ਗਈ ਹੈ, ਤਾਂ ਉਹ ਹੁਣ ਛੁੱਟੀ ਮੁੱਠੀ ਝੂਠ ਵਿਦਨੀਆਂ, ਵਿਧਨੀਆਂ ਤੋਂ ਭਾਵ ਹੈ ਉਸ ਧਨੀ ਤੋਂ, ਮਾਲਕ ਤੋਂ ਬਿਨਾ। ਉਹ ਜੋ ਮਾਲਕ ਸੀਗਾ ਇਸ ਕਾਇਆ ਦਾ, ਜੋ ਜੋਤ ਸੀ ਪ੍ਰਭੂ ਦੀ, ਉਸ ਤੋਂ ਬਿਨਾ, ਵਿਧਨੀਆਂ ਧਨੀ ਤੋਂ ਬਿਨਾ, ਉਸ ਜੋਤ ਤੋਂ ਬਿਨਾ, ਉਸ ਮਾਲਕ ਤੋਂ ਬਿਨਾ ਝੂਠ ਦੇ ਵਿੱਚ ਮੁੱਠੀ ਗਈ ਹੈ, ਟੁੱਟ ਗਈ ਹੈ। ਹੁਣ ਸਿਰਫ ਉਹਦਾ ਜੋ ਸੰਬੰਧ ਹੈ ਉਹ ਇਸ ਝੂਠ ਸੰਸਾਰ ਦੇ ਨਾਲ ਜੋ ਹੈ ਉਹੀ ਬਾਕੀ ਬਚਿਆ ਹੈ। ਜਿਹੜਾ ਜੋਤ ਦਾ ਜੋ ਉਹਦਾ ਮਾਲਕ ਸੀਗਾ, ਉਹਦੇ ਨਾਲ ਉਹਦਾ ਸੰਬੰਧ ਟੁੱਟ ਗਿਆ ਹੈ, ਮਾਨੋ ਜਿਵੇਂ ਉਹ ਹੁਣ ਇਸ ਮਾਲਕ ਤੋਂ ਬਿਨਾ ਲੁੱਟੀ ਗਈ ਹੈ, ਇਕੱਲੀ ਰਹਿ ਗਈ ਹੈ, ਛੁੱਟ ਗਈ ਹੈ। ਤੇ ਇਹ ਜੋ ਉਹਦਾ ਸਰੀਰ ਰੂਪੀ ਜੋ ਉਹਦਾ ਜੋ ਹੁਣ ਲੋਥ ਹੈ, ਜੋ ਜਿਹਨੂੰ ਸਾਰੇ ਕਹਿੰਦੇ ਨੇ ਕਿ ਹੁਣ ਜੋ ਡੈਡ ਬੋਡੀ ਹੈ, ਲੋਥ ਹੈ, ਮਿਰਤਕੜਾ ਅੰਗਨੜੇ ਬਾਰੇ, ਉਹ ਹੁਣ ਅੰਗਨ ਦੇ ਵਿੱਚ, ਦਰਵਾਜ਼ੇ ਦੇ ਵਿੱਚ, ਦਹਲੀਜ਼ ਦੇ ਵਿੱਚ ਉਹ ਲੋਥ ਉਹਦੀ ਵੱਖਰੀ ਪਈ ਹੋਈ ਹੈ, ਜਿਹਦੇ ਵਿੱਚੋਂ ਹੰਸ ਉੜ ਚੁੱਕਾ ਹੈ। ਜੋ ਉਸਦਾ ਜੋ ਸਰੀਰ ਦਾ ਜੋ ਮਾਲਕ ਹੈ ਉਹ ਸਰੀਰ ਨੂੰ ਛੱਡ ਕੇ ਵਿੱਚੋਂ ਨਿਕਲ ਚੁੱਕਾ ਹੈ। तो ये मौत की अवस्था जो है ਉਹਦਾ गुरु साहब ने इस पंक्ति च बयान किया है। सुरत मुई मर माईए महल रुनी दरबारे। ਹੁਣ ਜਦੋਂ ਅੰਦਰੋਂ ਜੋਤ ਨਿਕਲ ਗਈ ਤਾਂ ਬਾਕੀ ਸਰੀਰ ਨਿਰਜਿੰਦ ਜਿਹੜੀ ਜੋ ਲੋਥ ਹੈ ਉਹ ਰਹਿ ਗਈ ਹੈ। तो ਉਹਦੇ ਵਿੱਚੋਂ ਜਿਹੜੀ ਸੁਰਤ ਸੀਗੀ, ਜੋ ਅਸਲ ਜਿਹਦੇ ਵਿੱਚ ਜਿੰਦ ਸੀਗੀ, ਉਹ ਤਾਂ ਉਹਦੇ ਚੋਂ ਖਤਮ ਹੋ ਗਈ ਹੈ, ਨਿਕਲ ਗਈ ਹੈ। ਇਹ ਸਰੀਰ ਜਿਹੜਾ ਹੈ ਹੁਣ ਨਿਰਜਿੰਦ ਉੱਥੇ ਪਿਆ ਹੋਇਆ, ਮ੍ਰਿਤਕੜਾ ਅੰਗਨੜੇ ਬਾਰੇ। तो ऐसी अवस्था ਦੇ ਵਿੱਚ केवल ਤੇ केवल मौत ਦਾ एहसास ही दे रहा है। तो ਇਹਦੇ ਅਰਥ ਦੋ ਵੱਖੋ ਵੱਖਰੇ ਤਰੀਕਿਆਂ ਨਾਲ ਕੀਤੇ ਗਏ ਹਨ। ਜਿਵੇਂ ਦਰਪਣ ਚ ਅਰਥ ਕੀਤੇ ਗਏ ਹਨ, ਉਹਦੇ ਵਿੱਚ ਤਾਂ ਇਹ ਲਿਖਿਆ ਹੈ ਕਿ ਆਪਣੇ ਪਤੀ ਦੀ ਮੌਤ ਨੂੰ ਵੇਖ ਕੇ ਇਸਤਰੀ ਦੇ ਜਿਹੜੀ ਕਹਿੰਦੀ ਹੈ ਕਿ ਮੇਰੀ ਸੁਰਤ ਵੀ ਮਰ ਗਈ ਹੈ, ਭਾਵ ਮੇਰੀ ਅਕਲ ਕੰਮ ਨਹੀਂ ਕਰ ਰਹੀ, ਤੇ ਉਹ ਜਿਹੜਾ ਹੈ ਉੱਥੇ ਦਲੀਜ਼ਾਂ ਤੇ ਬਹਿ ਕੇ ਤੇ ਰੋਂਦੀ ਹੈ। ਪਰ ਇਹਦੇ ਅਰਥ ਇਸ ਤਰ੍ਹਾਂ ਵੀ ਕੀਤੇ ਜਾਂਦੇ ਹਨ ਕਿ ਸਰੀਰ ਦੇ ਅੰਦਰ ਹੁਣ ਜਿਵੇਂ ਸੁਰਤ ਨਿਕਲ ਗਈ ਹੈ ਤੇ ਕੇਵਲ ਮੌਤ ਹੀ ਉਸ ਜਿਹੜੀ ਹੈ ਉਸ ਦਰਬਾਰ ਜਿਹੜਾ ਉਹਨੂੰ ਰੁੰਨਾ ਛੱਡ ਕੇ, ਰੁੰਨੇ ਤੋਂ ਭਾਵ ਇੱਥੇ ਹੈਗਾ ਕਿ ਸਖਣਾ ਛੱਡ ਕੇ ਬਿਨਾਂ ਕਿਸੇ ਚੀਜ਼, ਜਿਵੇਂ ਕੋਈ ਘਰ-ਬਾਰ ਬਿਲਕੁਲ ਖਾਲੀ ਕਰਤਾ ਜਾਵੇ ਤੇ ਉਹਦੇ ਬਾਰੇ ਵੀ ਕਿਹਾ ਜਾਂਦਾ ਹੈ ਵੀ ਇਹ ਬਿਲਕੁਲ ਖਾਲੀ ਹੋ ਗਿਆ, ਰੁੰਨਾ ਮੁੰਨਾ ਹੋ ਗਿਆ ਹੈ। ਤਾਂ ਉਸ ਤਰੀਕੇ ਦੇ ਨਾਲ ਕਿ ਉਹਦਾ ਜੋ ਸਰੀਰ ਰੂਪੀ ਮਹਿਲ ਹੈ ਉਹ ਹੁਣ ਉਸ ਜੋਤ ਤੋਂ ਬਿਨਾ ਮੁਰਦਾ ਹੋ ਕੇ ਬਿਲਕੁਲ ਖਾਲੀ ਲੋਥ ਦੇ रूप ਵਿੱਚ ਰਹਿ ਗਿਆ ਹੈ। ਅਗਲੀ ਪੰਕਤੀ ਚ ਕਹਿੰਦੇ ਹਨ ਕਿ ਰੋਵੋ ਕੰਤ ਮਹੇਲਿਓ ਸੱਚੇ ਕੇ ਗੁਣ ਸਾਰੇ, हे ਸਹੇਲਿਓ हे ਸਖੀਓ, ਤੁਸੀਂ ਉਸ ਕੰਤ ਨੂੰ ਯਾਦ ਕਰਕੇ ਉਹਦੇ ਵੈਰਾਗ ਦੇ ਵਿੱਚ ਆਪਣੇ ਅੰਦਰ ਉਹਦੇ ਬਾਰੇ ਵੈਰਾਗ ਪੈਦਾ ਕਰੋ, ਉਹਦੇ ਗੁਣਾਂ ਨੂੰ ਯਾਦ ਕਰਕੇ। ਸੱਚੇ ਕੇ ਗੁਣ ਸਾਰੇ, ਸਾਰੇ ਤੋਂ ਭਾਵ ਇੱਥੇ ਹੈ ਸੰਭਾਲ ਕਰਕੇ, ਸੰਭਾਲ ਕੇ, ਸਾਰਨਾ ਸੰਭਾਲਣਾ। ਇੱਥੇ ਸਾਰੇ ਤੋਂ ਭਾਵ ਆਲ ਜਾਂ ਟੋਟਲ ਵਾਲਾ ਨਹੀਂ ਹੈ। ਜਿਵੇਂ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਉੱਥੇ ਵੀ ਸਾਰੇ ਦਾ ਮਤਲਬ ਇਹ ਨਹੀਂ ਹੈ ਵੀ ਸਾਰੇ ਅੰਮ੍ਰਿਤ ਹਨ, ਅੰਮ੍ਰਿਤ ਤਾਂ ਇੱਕੋ ਹੀ ਹੈ, ਅੰਮ੍ਰਿਤ ਦਾ ਤੱਤੇ ਨੂੰ ਔਂਕੜ ਹੈ, ਇੱਕ ਵਚਨ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ ਭਾਵ
ਅੰਮ੍ਰਿਤ ਦੀ ਸਾਰ ਕਰਦਾ, ਅੰਮ੍ਰਿਤ ਨੂੰ ਸੰਭਾਲ ਕਰਦਾ ਹੈ। ਉਹ ਇੱਥੇ ਵੀ ਜਿਹੜਾ ਸਾਰੇ ਤੋਂ ਭਾਵ ਸਾਰੇ ਬਹੁਵਚਨ ਵਾਲਾ ਨਹੀਂ ਹੈ, ਬਲਕਿ मैं स्क्रीन शेयर कर लूँ। तो इतने जो सारे तो भाव है वो भी है ਉਹਦੇ ਗੁਣਾਂ ਨੂੰ ਸੰਭਾਲ ਕੇ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰਕੇ। ਰੋਵੋ ਕੰਤ ਮਹਿਲਿਓ ਸੱਚੇ ਕੇ ਗੁਣ ਸਾਰੇ, ਉਹਦੇ ਗੁਣਾਂ ਦੀ ਸਾਰ ਕਰਕੇ, ਉਹਨਾਂ ਦੇ ਗੁਣਾਂ ਨੂੰ ਯਾਦ ਕਰਕੇ ਤੁਸੀਂ ਆਪਣੇ ਮਨ ਦੇ ਵਿੱਚ ਵੈਰਾਗ ਪੈਦਾ ਕਰੋ ਕਿ ਤੁਸੀਂ ਉਹਦੇ ਤੋਂ ਵਿਛੜੀਆਂ ਹੋਈਆਂ ਹੋ। ਉਹਦੀ ਤੇ ਇਸ ਤਰੀਕੇ ਦੇ ਨਾਲ ਆਪਣੇ ਉਹਨੂੰ ਯਾਦ ਕਰਕੇ ਜਿਹੜਾ ਹੈ ਤੁਸੀਂ ਰੋਵੋ, ਨਾ ਕਿ ਤੁਸੀਂ ਜਿਹੜਾ ਜੀਵ ਸਰੀਰ ਨੂੰ ਛੱਡ ਕੇ ਚਲਾ ਗਿਆ ਉਹਦੀ ਯਾਦ ਵਿੱਚ ਰੋਣਾ ਹੈ। परमात्मा के गुणों ਨੂੰ, ਉਹਦੀ ਸਿਫਤਾਂ ਨੂੰ ਯਾਦ ਕਰਕੇ ਤੇ ਉਹਦੇ ਵਾਸਤੇ ਵੈਰਾਗ ਕਰੋ ਕਿ ਅਸੀਂ ਉਹਦੇ ਤੋਂ ਵਿਛੜੀਆਂ ਹੋਈਆਂ। ਅਗਲੇ ਪਦੇ 'ਚ ਹੁਣ ਕਹਿੰਦੇ ਹਨ, ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ, ਵਾਜੇ ਵੱਜੇ ਸੱਚੀ ਬਾਣੀਆਂ ਪੰਚ ਮੋਏ ਮਨ ਮਾਰੇ। ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ, ਜੀਵਤ ਮਰੈ ਸੁਜਾਣੀਐ ਫਿਰ ਸਚੜੈ ਹੇਤ ਪਿਆਰੇ। इस पते के अर्थों के विच भी काफ़ी ज़्यादा कन्फ्यूजन वाला माहौल है। ये जो दर्पण च अर्थ किए गए हैं वो इस तरह हैं कि जल मल पानी नाल मल मल के परे हुए प्राणी नूं इशनान करवाया जाता है ते उन्होंने रेशम के सोहने कपड़े आदि दे विच लपेट दिंदे हन। कपड़ पट अंबारे, पट तो भाव है रेशम, अंबारे अंबर भाव कपड़े। ਕੱਪੜ ਦਾ ਅਰਥ ਕੱਪੜੇ ਦੇ ਨਾਲ, ਅੰਬਾਰੇ ਉਹਨੂੰ ਲਪੇਟ ਦੇਣਾ, ਉਹਨੂੰ ਕਵਰ ਕਰਨਾ। ਤੇ ਜਾਨੀ ਦਾ ਅਰਥ ਕੀਤਾ ਹੈ ਪਿਆਰਾ, ਜਿਹੜਾ ਵਿਛੜ ਗਿਆ ਬੰਦਾ, ਉਹਨੂੰ ਜਾਨੀ ਮਤਲਬ ਉਹਦੇ ਪਿਆਰਿਆਂ ਨੇ, ਜੀਵ ਜਿਹੜਾ ਜੀਵ ਚਲਾ ਗਿਆ ਹੈ, ਜਲਮਲ ਜਾਨੀ ਨਵਾਲਿਆ, ਜਾਨੀਆਂ ਉਹਦੇ ਪਿਆਰਿਆਂ ਨੇ ਉਹਨੂੰ ਨਵਾਇਆ। ਕੱਪੜ ਪੱਟ ਅੰਬਾਰੇ। ਫਿਰ ਵਾਜੇ ਵੱਜੇ ਸੱਚੀ ਬਾਣੀਆਂ ਪੰਚ ਮੂਏ ਮਨ ਮਾਰੇ ਦਾ ਅਰਥ ਕੀਤਾ ਗਿਆ ਹੈ ਕਿ ਸੱਚੀ ਬਾਣੀ ਦੇ ਸੁਰ ਉੱਠਦੇ ਹਨ, ਉਹਦੀ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਜਿਵੇਂ ਆਮ ਤੌਰ ਤੇ ਰਿਵਾਜ ਹੈ ਕਿ ਬਈ ਜਦੋਂ ਡੈਡ ਬੋਡੀ ਨੂੰ ਚੁੱਕ ਕੇ ਸ਼ਮਸ਼ਾਨ ਵਾਲੇ ਪਾਸੇ ਲੈ ਕੇ ਜਾਣਾ ਹੁੰਦਾ ਹੈ ਤਾਂ ਫਿਰ ਉਹ ਨਾਲ ਨਾਲ ਸਾਰੇ ਬੋਲਦੇ ਜਾਂਦੇ ਹਨ ਕਿ ਰਾਮ ਨਾਮ ਸਤ ਹੈ, ਜਾਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਗੱਲ ਕਰਦੇ ਹਨ। ਤਾਂ ਉਹਨੂੰ ਸੱਚੀ ਬਾਣੀ ਦੇ ਨਾਲ ਉਹਦਾ ਕੰਪੈਰੀਜ਼ਨ ਕੀਤਾ ਗਿਆ ਹੈ ਕਿ ਬਈ ਇਸ ਸੱਚਾਈ ਨੂੰ ਬਿਆਨ ਕੀਤਾ ਜਾਂਦਾ ਹੈ। ਇਸ ਤੋਂ ਇਹ ਭਾਵ ਉਹਨਾਂ ਨੇ ਕੱਢਿਆ ਹੈ, ਵਾਜੇ ਵੱਜੇ ਸੱਚੀ ਬਾਣੀ ਹੈ। पंच मूए मन मारे का अर्थ किया है कि पंच जिहड़े नज़दीकी रिश्तेदार ने वो गम दे विच जिवें मन मार लैंदे हैं, उन्हां दा मन मर जाता है गम दे अंदर। तो ये अर्थ कुछ समहाउ मैनूं कुछ ज़्यादा ढुकवें लगे नहीं हैं। तो इहदे जो मैनूं कुछ समझ जिस तरह आई है कि जलमल जानी ना वालिया, ये तो चलो गल वही हो रही है शरीर नूं नवाउण दी, पानी नाल मल के नवाउण दी, कपड़ पट अंबारे। पर वाजे वजे सच्ची बाणियां, तो सच्ची बाणी तो मैनूं जो समझ आती है कि भाई जो सच्चे का हुक्म है, जो सच्चे का फरमान है, बाणी हुक्म के अर्थां दे विच मैनूं गल समझ आती है कि इस जिहड़े जीव विकारां दे नाल मरे हुए हैं, जिन्हां दा मन विकारां दे नाल मरिया होया है, उस तरह की गल कुछ आती है। पर ये बारे मैं खुद ज़्यादा स्पष्ट नहीं हाँ, तो इस करके मैं जो दर्पण वाले अर्थ हैं वो भी आप जी नाल साझे कीते हैं। पर जो पंच मूए जिहड़े पंज मैनूं इत्थे विकारां दे नाल संबंध जुड़दा ज़्यादा लगता है। तो समाप्ति तो बाद मैं एक्सपैक्ट करांगा भी संगत विचों भी जो सज्जन हैं वो अपने इहदे बारे विचार देन कि किहड़े अर्थ उन्हां नूं ज़्यादा ढुकवें लगदे हन। अगे आंदी है लाइन, जानी विछुनड़े मेरा मरण भया त्रिग जीवन संसारे। जानी तो फिर वही भाव है प्यारे का, प्यारे दे मरण दे नाल, विछोड़े दे नाल जीवन जिहड़ा है, दर्पण दे अर्थ हैं कि साथी दे मरण नाल मेरा मरण पिया, मैं भी मरण वर्गी हो गई हाँ, मेरा हुण इस संसार जीना जिहड़ा है वो त्रिकार है, बेकार है जो जीना, मेरा कोई जीण दा हाल नहीं। तो
ਦੂਜੇ ਅਰਥ ਇਹਦੇ ਇਹ ਕੀਤੇ ਜਾ ਸਕਦੇ ਹਨ, ਜਾਨੀ ਵਿਛੁੰਨੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ, ਕਿ ਜੇ ਪ੍ਰਭੂ ਪਰਮਾਤਮਾ ਤੋਂ ਵਿਛੜ ਕੇ ਆਤਮਕ ਮੌਤੇ ਮਰ ਕੇ ਇਸ ਸੰਸਾਰ ਦੇ ਵਿੱਚ ਜੀਵਨਾ ਜਿਹੜਾ ਹੈ ਉਹ ਤ੍ਰਿਕਾਰ ਹੈ। ਜਿਹਦਾ ਮਨ ਵਿਕਾਰਾਂ ਦੇ ਨਾਲ ਮਰਿਆ ਹੋਇਆ ਹੈ, ਜਿਵੇਂ ਪਿਛਲੀ ਲਾਈਨ ਵਿੱਚ ਆਇਆ ਹੈ, ਪੰਜ ਮੋਏ ਮਨ ਮਾਰੇ, ਜਿਹਦਾ ਮਨ ਵਿਕਾਰਾਂ ਦੇ ਨਾਲ ਮਰ ਗਿਆ ਹੈ ਤੇ ਉਹ ਅਗਰ ਪ੍ਰਭੂ ਤੋਂ ਵਿਛੜ ਕੇ ਇਸ ਸੰਸਾਰ ਦੇ ਵਿੱਚ ਜਿਉਂਦਾ ਹੈ ਤਾਂ ਐਸਾ ਜੀਵਨ ਜਿਹੜਾ ਹੈ ਉਹ ਮਰੇ ਹੋਏ ਵਰਗਾ ਹੀ ਹੈ, ਆਤਮਕ ਮੌਤ ਵਾਲਾ ਜੀਵਨ ਹੈ। ਤਾਂ ਐਸਾ ਜੀਵਨ ਸੰਸਾਰ ਦੇ ਵਿੱਚ ਤ੍ਰਿਕਾਰ ਹੈ, ਬੇਕਾਰ ਦਾ ਜੀਵਨ ਹੈ। ਆਖਰੀ ਪੰਕਤੀ ਇਸ ਪਦੇ ਦੀ ਹੈ, ਜੀਵਤ ਮਰੇ ਸੋ ਜਾਣੀਏ, ਫਿਰ ਸਚੜੈ ਹੇਤ ਪਿਆਰੇ, ਕਿ ਜਿਹੜਾ ਇਨਸਾਨ ਜਿਉਂਦਿਆਂ ਹੀ ਮਾਇਆ ਵੱਲੋਂ ਮਰਿਆ ਰਹਿੰਦਾ ਹੈ, ਵਿਕਾਰਾਂ ਵੱਲੋਂ ਮਰ ਜਾਂਦਾ ਹੈ, ਭਾਵ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ, ਉਸ ਦਾ ਉਸ ਸੱਚੇ ਪ੍ਰਭੂ ਦੇ ਨਾਲ ਪਿਆਰ ਪੈ ਜਾਂਦਾ ਹੈ। ਫਿਰ ਸਚੜਾ ਹੇਤ ਪਿਆਰੇ, ਉਹਦਾ ਫਿਰ ਉਸ ਸੱਚੇ ਪ੍ਰਭੂ ਦੇ ਨਾਲ ਪਿਆਰ ਪੈ ਜਾਂਦਾ ਹੈ, ਜਿਹੜਾ ਮਾਇਆ ਦੇ ਵੱਲੋਂ ਜਿਉਂਦਿਆਂ ਹੋਇਆਂ ਹੀ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ, ਵਿਕਾਰਾਂ ਵੱਲੋਂ ਮਨ ਨੂੰ ਮਾਰ ਕੇ ਰੱਖਦਾ ਹੈ। 7ਵੇਂ ਪਦੇ ਦੇ ਆਰੰਭ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਤੁਸੀਂ ਰੋਵੋ ਰੋਵਨ ਆਈ ਹੋ, ਝੂਠ ਮੁੱਠੀ ਸੰਸਾਰੇ, ਹੋ ਮੁੱਠੜੀ ਧੰਦਾ ਧਾਵਨੀਆਂ, ਫਿਰ ਛੋਡਿਆੜੀ ਵਿਧਨ ਕਾਰੇ, ਘਰ ਘਰ ਕੰਤ ਮਹੇਲੀਆਂ, ਰੂੜਾ ਹੇਤ ਪਿਆਰੇ, ਮੈਂ ਫਿਰ ਸੱਚ ਸਲਾਹਨਾ, ਹੋ ਰਹਿਸੀੜੇ ਨਾਮ ਪਤਾਰੇ। ਤੁਸੀਂ ਰੋਵੋ ਰੋਵਨ ਆਈ ਹੋ, ਝੂਠ ਮੁੱਠੀ ਸੰਸਾਰੇ, ਇਹ ਜੀਵ ਇਸਤਰੀਓ, ਤੁਸੀਂ ਇਸ ਜਗਤ ਦੇ ਵਿੱਚ ਦੁਖੀ ਹੋਣ ਵਾਸਤੇ ਹੀ ਆਏ ਹੋ ਤੇ ਮਾਇਆ ਨੇ ਤੁਹਾਨੂੰ ਠੱਗਿਆ ਹੋਇਆ ਹੈ। ਜਿਹੜੀਆਂ ਤੁਸੀਂ ਮਾਇਆ ਦੇ ਮੋਹ ਦੇ ਨਾਲ ਠੱਗੀਆਂ ਗਈਆਂ ਹੋ, ਤੁਸੀਂ ਇਸ ਜਗਤ ਦੇ ਵਿੱਚ ਉਸਦੇ ਕਰਕੇ ਰੋਣ ਵਾਸਤੇ ਹੀ ਮਾਨੋ ਆਈਆਂ ਹੋ। ਹੋਂ ਮੁੱਠੜੀ ਧੰਦਾ ਧਾਵਨੀਆਂ, ਫਿਰ ਛੋਡਿਆੜੀ ਵਿਧਨ ਕਾਰੇ, ਮੈਂ ਮਾਇਆ ਦੇ ਹੀ ਧੰਦਿਆਂ ਦੇ ਵਿੱਚ ਦੌੜ ਭੱਜ ਕਰਦੀ ਹੋਈ ਠੱਗੀ ਜਾ ਰਹੀ ਹਾਂ ਤੇ ਉਸ ਪ੍ਰਭੂ ਪਰਮਾਤਮਾ ਤੋਂ ਵਿਛੜ ਕੇ ਮਾਨੋ ਬਿਲਕੁਲ ਵਿਧਵਾ ਵਰਗਾ ਹੀ ਮੇਰਾ ਵਿਹਾਰ ਹੈ, ਜਿਵੇਂ ਜਿਹਨੂੰ ਪਤੀ ਨੇ ਛੱਡ ਦਿੱਤਾ ਹੋਵੇ, ਉਸ ਧਨੀ ਤੋਂ ਬਿਨਾਂ। ਵਿਧਨ ਕਾਰੇ ਤੋਂ ਭਾਵ ਹੈ ਜਿਹਦਾ ਧਨੀ ਦੇ ਨਾਲ ਸੰਬੰਧ ਨਹੀਂ ਹੈ, ਮਾਲਕ ਦੇ ਨਾਲ ਸੰਬੰਧ ਨਹੀਂ ਹੈ, ਵਿਧਨ ਕਾਰੇ, ਤਾਂ ਉਹ ਜੇ ਕੰਮ ਕਰਨੇ ਜਿਹਦਾ ਮਾਲਕ ਨਾਲੋਂ ਸੰਬੰਧ ਟੁੱਟਿਆ ਹੋਵੇ, ਨਿਖਸਮਿਆਂ ਵਾਲੀ ਕਾਰ, ਨਿਖਸਮਿਆਂ ਵਾਲੇ ਕੰਮ। ਸੋ ਇੱਥੇ ਵੀ ਗੱਲ ਜਿਹੜੀ ਹੈ ਹੁਣ ਸੰਸਾਰਕ ਤੋੜ ਵਿਛੋੜੇ ਦੀ ਨਹੀਂ ਹੋ ਰਹੀ, ਸੰਸਾਰਕ ਮੌਤ ਦੀ ਨਹੀਂ ਹੋ ਰਹੀ, ਇੱਥੇ ਮਾਇਆ ਦੇ ਮੋਹ ਦੇ ਵਿੱਚ ਫਸੀ ਹੋਈ ਜਿਹੜੀ ਪ੍ਰਭੂ ਪਰਮਾਤਮਾ ਤੋਂ ਵਿਛੜੀ ਹੋਈ ਜੀਵ ਇਸਤਰੀ ਹੈ, ਉਹਦੀ ਗੱਲ ਹੋ ਰਹੀ ਹੈ। ਤੇ ਹੋ ਮੁੱਠੜੀ ਧੰਦਾ ਧਾਵਨੀਆਂ, ਫਿਰ ਛੋਡਿਆੜੀ ਵਿਧਨ ਕਾਰੇ, ਮੈਂ ਜਿਹੜੀ ਮਾਇਆ ਦੇ ਧੰਦਿਆਂ ਦੇ ਵਿੱਚ ਹੀ ਦੌੜ ਭੱਜ ਕਰਦੀ ਹੋਈ, ਫਿਰ ਤੋਂ ਪ੍ਰਭੂਪਤੀ ਤੋਂ ਵਿਛੜੀ ਹੋਈ ਉਸ ਨਿਖਸਮਿਆਂ ਵਾਲੇ ਕੰਮ ਹੀ ਕਰ ਰਹੀ ਹਾਂ, ਜਿਹੜੇ ਨਾ ਕਰਨ ਵਾਲੇ ਕੰਮ ਹਨ। ਘਰ ਘਰ ਕੰਤ ਮਹੇਲੀਆਂ, ਰੂੜਾ ਹੇਤ ਪਿਆਰੇ, ਘਰ ਘਰ ਤੋਂ ਭਾਵ ਹੈ ਹਰ ਹਿਰਦੇ ਵਿੱਚ, ਪਰਮਾਤਮਾ ਦਾ ਹਰ ਹਿਰਦੇ 'ਚ ਵਸ ਰਿਹਾ ਹੈ। ਘਰ ਘਰ ਕੰਤ, ਹਰ ਹਿਰਦੇ ਵਿੱਚ ਉਹ ਕੰਤ, ਸਭ ਦਾ ਜੋ ਖਸਮ ਹੈ, ਸਭ ਦਾ ਜੋ ਮਾਲਕ ਹੈ, ਉਹ ਸਭ ਦੇ ਹਿਰਦੇ ਦੇ ਰੂਪੀ ਘਰ ਦੇ ਵਿੱਚ ਵਸ ਰਿਹਾ ਹੈ ਤੇ ਉਹ ਸਾਰੀਆਂ ਇਸਤਰੀਆਂ ਨੂੰ ਪਿਆਰ ਕਰਨ ਵਾਲਾ ਹੈ। ਉਹ ਜਿਹੜੀਆਂ ਉਹਦੇ ਪਿਆਰ ਦੇ ਵਿੱਚ ਮਗਨ ਹੋ ਜਾਂਦੀਆਂ ਹਨ, ਉਹੀ ਸੁੰਦਰ ਹਨ, ਰੂੜਾ। ਅਸਲੀ ਸੋਹਣੀਆਂ ਇਸਤਰੀਆਂ ਉਹੀ ਹਨ ਜਿਹੜੀਆਂ ਉਸ ਕੰਤ ਦੇ ਪਿਆਰ ਦੇ ਵਿੱਚ ਜੁੜ ਜਾਂਦੀਆਂ ਹਨ। ਘਰ ਘਰ ਕੰਤ ਮਹੇਲੀਆਂ, ਰੂੜਾ ਹੇਤ ਪਿਆਰੇ, ਜਿਹੜੀਆਂ ਉਸ ਪਿਆਰੇ ਦੇ ਪ੍ਰੇਮ ਵਿੱਚ ਮਗਨ ਰਹਿੰਦੀਆਂ ਹਨ, ਉਹੀ ਰੂੜਾ, ਰੂੜੇ ਤੋਂ ਭਾਵ ਹੈ ਸੁੰਦਰ। ਉਹ ਸੁੰਦਰ ਹਨ ਇਸਤਰੀਆਂ ਜਿਹੜੀਆਂ ਉਸ ਹਿਰਦੇ, ਹਰ ਹਿਰਦੇ 'ਚ ਵਸਣ ਵਾਲੇ ਪਤੀ ਦੇ ਪਿਆਰ ਦੇ ਵਿੱਚ ਜੁੜ ਜਾਂਦੀਆਂ ਹਨ। ਤੋ ਇੱਥੇ ਕੰਟਰਾਸਟ ਆ ਗਿਆ ਉੱਪਰ ਦੀਆਂ ਦੋ ਪੰਕਤੀਆਂ ਦੇ ਅੰਦਰ, ਜਿਹੜੀਆਂ ਇਸਤਰੀਆਂ ਮਾਇਆ ਦੇ ਵਿੱਚ ਖਚਤ ਹੋ ਕੇ ਉਸ ਪਿਰ ਤੋਂ ਛੁੱਟੀਆਂ ਹੋਈਆਂ ਹਨ ਤੇ ਨਿਖਸਮਿਆਂ ਵਾਲੇ ਕੰਮ ਕਰ ਰਹੀਆਂ ਹਨ, ਨਾ ਕਰਨ ਜੋ ਕੰਮ ਕਰ ਰਹੀਆਂ ਹਨ। ਤੇ ਅਗਲੀ ਦੋ ਪੰਕਤੀਆਂ ਦੇ ਅੰਦਰ ਹੁਣ ਜਿਹੜੀਆਂ ਪ੍ਰਭੂ ਦੇ ਪਿਆਰ ਦੇ ਵਿੱਚ ਜੁੜੀਆਂ ਹੋਈਆਂ ਹਨ, ਤੋ ਇਹ ਸਾਰਾ ਪਦਾ ਜਿਹੜਾ ਹੈ ਇਹਦੇ ਵਿੱਚ ਸਰੀਰਕ ਮੌਤ ਦਾ ਵਰਣਨ ਨਹੀਂ ਹੈ, ਬਲਕਿ ਆਤਮਕ ਮੌਤ ਔਰ ਆਤਮਕ ਸੰਬੰਧ ਜਿਹੜਾ ਹੈ ਪ੍ਰਭੂ ਦੇ ਨਾਲ ਜੀਵਨ ਦਾ, ਉਹਦਾ ਸੰਬੰਧ ਹੈ। ਮੈਂ ਫਿਰ ਸੱਚ ਸਲਾਹਨਾ, ਹੋ ਰਹਿਸੀੜੀ ਨਾਮ
पधारे। जिन्ना चिर मैं वो सदा कायम रहन वाले प्रभु परमात्मा दी सिफत सलाह करदी हां, मैं फिर सच सलाहना। जिन्ना चिर मैं वो सच्चे प्रभु दी सिफत सलाह च जुड़ी रहंदी हां, और रहसी अड़ी नाम पधारे। पधार ਦਾ अर्थ ਵੀ ਹੁੰਦਾ ਹੈ ਪਤੀ, ਤੇ ਰਹਿਸੀ ਅੜੀ ਦਾ ਮਤਲਬ ਹੈ ਖਿੜੀ ਹੋਈ ਪ੍ਰਸੰਨਤਾ ਵਿਸਮਾਦ ਵਿੱਚ। ਉਸ ਪਤੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਮੈਂ ਵਿਸਮਾਦ ਦੀ ਖੇੜੇ ਦੀ ਅਵਸਥਾ ਵਿੱਚ ਰਹਿੰਦੀ ਹਾਂ, ਜਿੰਨਾ ਚਿਰ ਮੈਂ ਉਹਦੀ ਸਿਫਤ ਸਲਾਹ ਦੇ ਵਿੱਚ ਜੁੜੀ ਰਹਿੰਦੀ ਹਾਂ। ਤੋ ਇਹ ਸਾਰਾ ਪਦਾ ਹੀ ਆਤਮਕ ਦਲ ਦੇ ਉੱਤੇ ਪ੍ਰਭੂ ਤੋਂ ਵਿਛੜੀ ਹੋਈ ਆਤਮਾ ਦੀ ਅਵਸਥਾ ਤੇ ਪ੍ਰਭੂ ਦੇ ਨਾਲ ਜੁੜੀ ਹੋਈ ਆਤਮਾ ਦੀ ਅਵਸਥਾ ਨੂੰ ਡਿਸਕ੍ਰਾਈਬ ਕਰਦੀ ਹੈ। ਪਹਿਲੀ ਦੋ ਪੰਕਤੀਆਂ ਦੇ ਵਿੱਚ ਜਿਹੜੀਆਂ ਜੀਵ ਆਤਮਾਵਾਂ ਪ੍ਰਭੂ ਤੋਂ ਵਿਛੜੀਆਂ ਹੋਈਆਂ ਹਨ ਉਹਨਾਂ ਦਾ ਬਿਆਨ ਕੀਤਾ ਹੈ, ਤੇ ਦੂਜੀਆਂ ਦੋ ਦੇ ਵਿੱਚ ਜਿਹੜੀਆਂ ਉਹਦੇ ਨਾਮ ਦੇ ਨਾਲ ਜੁੜੀਆਂ ਹੋਈਆਂ ਹਨ ਤੇ ਉਹਦੇ ਪਿਆਰ ਦੇ ਵਿੱਚ ਗੁਰੂਚ ਹਨ। ਤੋ ਮੈਂ ਫਿਰ ਸੱਚ ਸਲਾਹਨਾ ਔਰ ਰਹਿਸੀ ਅੜੀ ਨਾਮ ਪਤਾਰੇ। ਆਖਰੀ ਪਦੇ ਦੇ ਵਿੱਚ ਫਿਰ ਹੁਣ ਜੋ ਜੀਵਨ ਦਾ ਅਸਲ ਮਕਸਦ ਹੈ ਉਸ ਦਾ ਸੰਦੇਸ਼ ਗੁਰੂ ਸਾਹਿਬ ਦੇ ਰਹੇ ਹਨ। ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿਗਾਰੋ, ਆਵੋ ਮਿਲੋ ਸਹੇਲਿਓ ਸਿਮਰੋ ਸਿਰਜਣ ਹਾਰੋ, ਬਈਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ, ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ। ਗੁਰ ਮਿਲਿਆ ਵੇਸ ਪਲਟਿਆ। ਜੇ ਗੁਰੂ ਮਿਲ ਪਵੇ, ਜਿਹਨੂੰ ਗੁਰੂ ਮਿਲ ਪਵੇ ਤਾਂ ਵੇਸ ਹੀ ਪਲਟ ਜਾਂਦਾ ਹੈ, ਮਾਇਆ ਪਲਟ ਹੋ ਜਾਂਦੀ ਹੈ। ਉਹ ਫਿਰ ਆਮ ਸਧਾਰਨ ਜੀਵਾਂ ਦੇ ਵਾਂਗ ਮਾਇਆ ਦੇ ਵਿੱਚ ਖੱਚਤ ਨਹੀਂ ਰਹਿੰਦੀ, ਇਹ ਵਿਕਾਰਾਂ ਤੋਂ ਉੱਚੀ ਉੱਠ ਜਾਂਦੀ ਹੈ। ਉਹਦਾ ਅਸਲ ਸ਼ਿੰਗਾਰ ਜਿਹੜਾ ਹੈ ਉਹ ਸੱਚੇ ਦਾ ਹੀ ਸ਼ਿੰਗਾਰ ਕਰਦੀ ਹੈ, ਉਹ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ। ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿਗਾਰੋ। ਐਸੀ ਇਸਤਰੀ ਪ੍ਰਭੂ ਦੀ ਯਾਦ ਨੂੰ ਹੀ, ਪ੍ਰਭੂ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ। तो इसलिए गुरु साहब प्रेरणा करते हैं कि आवो मिलो सहेलियो सिमरो सिरजनहारो। तो आओ सत्संगियो, हे मेरी सखी सहेलियो, आओ रल के बैठिए ते रल के उस सिरजनहार प्रभु दा सिमरन करिए, ਉਹਦੀ याद ਨੂੰ ਹਿਰਦੇ ਵਿੱਚ ਵਸਾਈਏ। तो इस नाल की होएगा, बईयर नाम सुहागनी सच सवारन हारो। ਜਿਹੜੀ ਵੀ ਜੀਵ ਇਸਤਰੀ ਪ੍ਰਭੂ ਦੇ ਨਾਮ ਦੇ ਵਿੱਚ ਜੁੜਦੀ ਹੈ, ਬਈਰ ਦਾ ਜੋ ਅਖਰੀ ਅਰਥ ਹੈ ਉਹ ਵੀ ਇਸਤਰੀ ਹੈ, ਜਿਹੜੀ ਨਾਮ ਦੇ ਵਿੱਚ ਜੁੜਦੀ ਹੈ ਉਹ ਸੁਹਾਗਨ ਹੋ ਜਾਂਦੀ ਹੈ। ਸੁਹਾਗਨ ਕੌਣ ਹੈ? ਜਿਸਦਾ ਪਤੀ ਜ਼ਿੰਦਾ ਹੁੰਦਾ ਹੈ। ਤੇ ਪ੍ਰਭੂ ਜਿਹੜਾ ਹੈ ਕਿਉਂਕਿ ਸਦਾ ਕਾਇਮ ਰਹਿਣ ਵਾਲਾ ਹੈ, तो ਜਿਹੜੀ ਉਸ ਪ੍ਰਭੂ ਪਤੀ ਦੀ ਬਣ ਜਾਂਦੀ ਹੈ तो ਉਹ ਤਾਂ ਸਦਾ ਕਾਇਮ ਰਹਿਣ ਵਾਲਾ ਹੈ, तो ਉਹ ਵੀ ਸਦੀਵੀ ਤੌਰ ਤੇ ਸੁਹਾਗਨ ਹੋ ਜਾਂਦੀ ਹੈ। ਆਵੋ ਮਿਲੋ ਸਹੇਲਿਓ ਸਿਮਰੋ ਸਿਰਜਣ ਹਾਰੋ, ਬਈਰ ਨਾਮ ਸੁਹਾਗਨੀ ਸੱਚ ਸਵਾਰਨ ਹਾਰੋ। ਤੇ ਉਹ ਫਿਰ ਜੀਵ ਇਸਤਰੀ ਜਿਹੜੀ ਹੈ ਉਹ ਸਦੀਵੀ ਵਾਸਤੇ ਸੁਹਾਗਨ ਹੋ ਜਾਂਦੀ ਹੈ, ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਜਿਹੜਾ ਹੈ ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦਾ ਹੈ, ਸੁਚੱਜਾ ਬਣਾ ਦਿੰਦਾ ਹੈ, ਚੰਗਾ ਜੀਵਨ ਬਣ ਜਾਂਦਾ ਹੈ। ਤੇ ਫਿਰ ਉਹਨਾਂ ਨੂੰ ਕਦੀ ਵੀ ਵਿਛੋੜੇ ਦਾ ਗੀਤ ਨਹੀਂ ਗਾਣਾ ਪੈਂਦਾ, ਉਹਨਾਂ ਦਾ ਕਦੀ ਵੀ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ। ਆਖਰੀ ਪੰਕਤੀ 'ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ। ਉਸ ਬ੍ਰਹਮ ਦੀ ਵਿਚਾਰ ਕਰਨ ਦੇ ਨਾਲ ਜਿਹੜਾ ਵੀ ਜੀਵ ਉਸ ਦੀ ਵਿਚਾਰ ਦੇ ਨਾਲ ਜੁੜਦਾ ਹੈ, ਉਸ ਦੇ ਨਾਮ ਦੇ ਨਾਲ ਜੁੜਦਾ ਹੈ, ਉਹਨੂੰ ਇਹ ਬਿਰਹੇ ਦਾ ਗੀਤ, ਵਿਛੋੜੇ ਦਾ ਗੀਤ ਨਹੀਂ ਗਾਣਾ ਪੈਂਦਾ। ਭਾਵ ਉਹਦੇ ਹਿਰਦੇ ਦੇ ਵਿੱਚ ਸਦਾ ਵਾਸਤੇ ਹੀ ਪ੍ਰਭੂ ਦੀ ਯਾਦ ਟਿਕੀ ਰਹਿੰਦੀ ਹੈ, ਸਦੀਵੀਂ ਉਹ ਖੇੜੇ ਦੀ ਅਵਸਥਾ 'ਚ ਰਹਿੰਦੀ ਹੈ, ਤੇ ਉਹਨੂੰ ਕਦੀ ਵੀ ਪ੍ਰਭੂ ਤੋਂ ਵਿਛੋੜਾ ਮਹਿਸੂਸ ਨਹੀਂ ਹੁੰਦਾ। ਉਹ ਜੋ ਅੰਤਲੇ ਪਦੇ ਦੇ ਵਿੱਚ ਵੀ ਸੰਦੇਸ਼ ਹੈ ਉਹ ਇਹੀ ਹੈ ਕਿ ਮਨੁੱਖਾ ਜੀਵਨ ਦੇ ਅੰਦਰ ਆ ਕੇ ਬਜਾਏ ਵਿਕਾਰਾਂ ਦੇ ਨਾਲ, ਮਾਇਆ ਦੇ ਨਾਲ ਖਚਤ ਹੋਣ ਦੇ, ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜ ਕੇ ਜੀਵ ਜੋ ਹੈ ਉਹ ਸਦਾ ਵਾਸਤੇ ਉਸ ਖੇੜੇ ਦੀ ਅਵਸਥਾ ਵਿੱਚ ਪਹੁੰਚ ਸਕਦਾ ਹੈ, ਤੇ ਪ੍ਰਭੂ ਦੇ ਨਾਲ ਉਹਦਾ ਪਿਆਰ ਦਾ ਰਿਸ਼ਤਾ ਬਣ ਸਕਦਾ ਹੈ ਜੇ ਉਹ ਉਹਦੇ ਨਾਲ ਨਾਮ ਦੇ ਨਾਲ ਜੁੜਿਆ ਰਹੇ। ਗੁਰ ਮਿਲਿਆ ਵੇਸ ਪਲਟਿਆ। ਪਰ ਇਹ ਸਭ ਕੁਝ ਮੁਮਕਿਨ ਤਾਂ ਹੀ ਹੋਏਗਾ ਜੇ ਸੱਚੇ ਗੁਰੂ ਦਾ ਮਿਲਾਪ ਹੋਵੇ। ਗੁਰੂ ਹੀ ਹੈ ਜੋ ਇਹ ਜੀਵਨ ਜਾਚ ਸਿਖਾਉਂਦਾ ਹੈ, ਇਹ ਰਾਹ ਸਿਖਾਉਂਦਾ ਹੈ ਕਿਸ ਤਰੀਕੇ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਨਾਲ ਜੁੜ ਕੇ ਮਾਇਆ ਦੇ ਵਿਕਾਰਾਂ ਤੋਂ ਉੱਚਾ ਉੱਠਿਆ ਜਾ ਸਕਦਾ ਹੈ। ਤੇ ਉਸ ਐਸੇ ਜੀਵ ਦੀ ਫਿਰ ਉਹ ਇਸ ਜਨਮ ਦੇ ਅੰਦਰ ਉਹ ਆਤਮਕ ਮੌਤ ਨਹੀਂ ਹੁੰਦੀ। ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿਗਾਰੋ। तो बैयर नाम सुहागनी
ਸੱਚ ਸਵਾਰਨ ਹਾਰੋ। ਉਹਦੇ ਜੀਵਨ ਨੂੰ ਪ੍ਰਭੂ ਪਰਮਾਤਮਾ ਆਪ ਹੀ ਸਵਾਰ ਦਿੰਦਾ ਹੈ। ਤੇ ਗਾਵੋ ਗੀਤ ਨਾ ਬਿਰਾੜਾ, ਨਾਨਕ ਬ੍ਰਹਮ ਵਿਚਾਰੋ। ਜਿਹੜੇ ਵੀ ਉਸ ਬ੍ਰਹਮ ਦੀ, ਪ੍ਰਭੂ ਦੀ ਵਿਚਾਰ ਦੇ ਨਾਲ ਜੁੜਦੇ ਹਨ, ਉਹਨਾਂ ਨੂੰ ਉਹ ਵਿਛੋੜੇ ਦਾ ਗੀਤ ਨਹੀਂ ਗਾਉਣਾ ਪੈਂਦਾ। ਉਹਨਾਂ ਦਾ ਕਦੀ ਵੀ ਪ੍ਰਭੂ ਤੋਂ ਤੋੜ ਵਿਛੋੜਾ ਨਹੀਂ ਹੁੰਦਾ। ਉਹ ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਆਪ ਜੀ ਖਿਮਾ ਕਰਨਾ। ਅਤੇ ਜੋ ਸ਼ਬਦ ਦੀ ਵਿਚਾਰ ਦੇ ਵਿੱਚ ਜੋ ਵੀ ਛੁੱਟੀਆਂ ਰਹਿ ਗਈਆਂ ਹੋਣਗੀਆਂ, ਉਹ ਸੰਗਤ ਜਿਹੜੀ ਹੈ ਇਸ ਬਾਰੇ ਜੋ ਹੈ ਸੇਧ ਬਖਸ਼ੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।